ਮੋਦੀ ਸਰਕਾਰ ਮੁਰਦਾਬਾਦ। ਤਰੁਣ ਚੁੱਗ ਦਾ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ ਵੀ ਵਿਅਕਤੀ ਸਾਡੇ ਦਫ਼ਤਰ ਪਹੁੰਚੇਗਾ ਆਏਗਾ ਤੇ ਆਪਣੀ ਲੱਤਾਂ ਤੇ ਜਾਏਗਾ ਸਟਰਕਚਰ ਤੇ। ਆ ਚੁੰਗ ਨੂੰ ਮੈਂ ਕਹਦਾ ਅੰਮ੍ਰਿਤਸਰ ਦੇ ਵਿੱਚ ਜੇ ਸਭ ਤੋਂ ਵੱਡਾ ਦੇਸ਼ ਦਰੋਹੀ ਬੈਠਾ ਵਾ, ਦੋ ਬੰਦੇ ਨੇ, ਇੱਕ ਆ ਸ਼ਵੇਤ ਮਲਕ ਤਾਂ ਦੂਜਾ ਤੂੰ ਆ ਮਿੱਤਰਾ। ਤੈਨੂੰ ਮੈਂ ਲਲਕਾਰਦਾ, ਦੱਸ ਤੇਰਾ ਦਫ਼ਤਰ ਕਿੱਥੇ ਆ? ਸਟ੍ਰੈਚਰ ਵੀ ਮੈਂ ਲੈ ਕੇ ਆਉਣਾ, ਨਿਹੰਗ ਸਿੰਘ ਫੌਜਾਂ ਨਾਲ ਮੈਂ ਲੈ ਕੇ ਆਉਣਾ ਵਾ, ਠੀਕ ਆ। ਤੇ ਤੈਨੂੰ ਮੈਂ ਦੱਸੂਗਾ ਆ ਤੇਰੇ ਦਫ਼ਤਰ ਦੇ ਬਾਹਰ ਮੈਂ ਆਉਂਗਾ, ਤੂੰ ਇੱਕ ਕੰਮ ਕਰ, ਤੂੰ ਹੱਥ ਲਾ ਕੇ ਸਾਨੂੰ ਖਾ। ਯੂਪੀ ਦੇ ਵਿੱਚ ਇੱਕ ਲੜਕੀ ਦੇ ਨਾਲ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਹੈ, ਬਲਾਤਕਾਰ ਕੀਤਾ ਜਾਂਦਾ ਹੈ, ਲੇਕਿਨ ਯੋਗੀ ਸਰਕਾਰ ਕਿੱਥੇ ਸੁੱਤੀ ਹੈ? ਇਸ ਮਾਮਲੇ ਦੇ ਵਿੱਚ ਨਾ ਕੋਈ ਰਿਟ ਬਣਾਉਣੀ ਚਾਹੀਦੀ ਹੈ, ਠੀਕ ਆ, ਨਾ ਕੋਈ ਮੈਂ ਕਹਿੰਦਾ ਕਾਨੂੰਨ ਚਾਹੀਦਾ, ਬਸ ਇੱਕੋ ਕਾਨੂੰਨ ਚਾਹੀਦਾ ਵਾ ਕਿ ਫੈਸਲਾ ਔਨ ਦੀ ਸਪੋਰਟ। ਆਹ ਇਨਸਾਫ ਨਹੀਂ ਕਿ 10-10 ਸਾਲ ਇੰਨੀ ਦਰਿੰਦਗੀ ਕੀਤੀ ਹੋਵੇ ਤੇ 10-10 ਸਾਲ ਕੇਸ ਚੱਲਦੇ ਰਹਿਣ। ਭਾਜਪਾ ਵਾਲਿਆਂ ਨੇ ਸਿਵਾਏ ਅੰਧ ਵਿਸ਼ਵਾਸ ਤੇ ਮੈਂ ਕਹਿੰਦਾ ਬੇਰੁਜ਼ਗਾਰੀ ਤੇ ਅੱਜ ਜਿੰਨੀ ਵੀ ਇਹਨਾਂ ਨੇ ਡੈਮੋਕ੍ਰੇਸੀ ਜਿਹੜੀ ਆ ਅੱਜ ਚਲਾ ਰਹੇ ਨੇ, ਧਰਮ ਦੇ ਨਾਂ ਤੇ ਗੁੰਮਰਾਹ ਕਰ ਰਹੇ ਆ, ਲੋਕਾਂ ਨੂੰ ਠੱਗੀਆਂ ਠੋਰੀਆਂ ਮਾਰਨ ਦੇ ਨੇ, ਗੁੰਮਰਾਹ ਕਰ ਰਹੇ ਨੇ, ਇੱਕ ਦੂਜੇ ਦੇ ਪਾੜ ਪਾ ਰਹੇ ਨੇ। ਮੈਂ ਕਹਿੰਦਾ ਆਹ ਸਭ ਤੋਂ ਵੱਡੀ ਦੇਣ ਹੀ ਭਾਜਪਾ ਦੀ ਆ। ਇਹ ਸਾਡੀਆਂ ਦੇਸ਼ ਨੂੰ ਚਲਾਉਣ ਵਾਲੀਆਂ ਉਹ ਪਾਰਟੀਆਂ ਨੇ ਜਿਹੜੀਆਂ ਕਮ ਸੇ ਕਮ ਸਾਡਾ ਅਸੀਂ ਇਹਨਾਂ ਤੋਂ ਕੋਈ ਭਵਿੱਖ ਜਾਣਦੇ ਹਾਂ ਕਿ ਸਾਡੇ ਵਾਸਤੇ ਕੋਈ ਚੰਗਾ ਕਰਨ, ਸਾਡੀ ਨੌਜਵਾਨ ਪੀੜ੍ਹੀ ਵਾਸਤੇ ਚੰਗਾ ਕਰਨ। ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਤੁਹਾਡੇ ਰਾਜ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਫੜ ਕੇ ਕੁਰਸੀਆਂ 'ਤੇ ਬਹਾ ਦਿੱਤਾ ਵਾ ਜਿਨ੍ਹਾਂ ਨੂੰ ਕਿਤੇ ਮੇਲਿਆਂ ਦੇ ਵਿੱਚ ਅਸੀਂ ਕਿਤੇ ਨਿੱਕੇ ਹੁੰਦੇ ਸੱਪ ਫੜਦੇ ਵੇਂਦੇ ਹੁੰਦੇ ਹਾਂ। ਉਹ ਜਿਨ੍ਹਾਂ ਨੂੰ ਤੁਸੀਂ ਮੰਦਿਰ ਦੇ ਵਿੱਚ ਫੁੱਲੀਆਂ ਜਿਨ੍ਹਾਂ ਕੋਲ ਵਰਤਾਉਣੀਆਂ ਸੀ, ਉਹਨਾਂ ਨੂੰ ਤੁਸੀਂ ਮਾਮਾ ਕਿਤੇ ਸੀਐਮ ਦੀ ਕੁਰਸੀ ਤੇ ਬਹਾਇਆ। ਉਹਨਾਂ ਨੂੰ ਤੁਸੀਂ ਨਿਰਪੇ ਕੈਂਟ ਹੋਇਆ ਜਦੋਂ ਹੋਇਆ ਸੀ ਤੇ ਇਹਨਾਂ ਦੀ ਜਿਹੜੀ ਭਾਜਪਾ ਦੀ ਜਿਹੜੀ ਸੰਸਦ ਮੈਂਬਰ ਆ ਸਿਮਰਤੀ ਇਰਾਨੀ, ਉਹਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਚੂੜੀਆਂ ਭੇਜੀਆਂ ਸੀ ਕਿ ਤੇਰੇ ਰਾਜ ਦੇ ਵਿੱਚ ਧੀਆਂ ਭੈਣਾਂ ਦਾ ਬਲਾਤਕਾਰ ਹੋ ਰਿਹਾ, ਤੂੰ ਚੂੜੀਆਂ ਪਾ ਲਾ। ਅੱਜ ਮੋਦੀ ਦੇ ਰਾਜ ਵਿੱਚ ਦੁਗਣੀ ਤਾਦਾਦ ਦੇ ਨਾਲ ਜ਼ਿਆਦਾ ਦਰਿੰਦਗੀ ਦੇ ਨਾਲ ਬਲਾਤਕਾਰ ਹੋ ਰਿਹਾ ਤੇ ਕਿਤੇ ਨਾ ਕਿਤੇ ਚੂੜੀਆਂ ਤੁਹਾਨੂੰ ਵੀ ਰਿਜ਼ਰਵ ਕਰਦੀਆਂ ਨੇ। ਤੁਸੀਂ ਵੀ ਪਾਲੋ, ਕੱਲੇ ਮੋਦੀ ਨਾ ਪਾਇਓ, ਦੋ ਜੋ ਸਾਰੇ ਜਾਣੇ ਪਾਲੋ ਮੇਰੇ ਭਰਾ। ਜਿੱਧਰ ਦੇਖੋ ਹਵਸ਼ ਦੇ ਜਲਾਦ ਬੈਠੇ ਨੇ, ਜਿੱਧਰ ਦੇਖੋ ਹਵਸ਼ ਦੇ ਜਲਾਦ ਬੈਠੇ ਨੇ। ਆਪਣੀਆਂ ਫੁੱਲਾਂ ਜਿਹੀਆਂ ਧੀਆਂ ਬਚਾ ਕੇ ਰੱਖਿਓ, ਆਪਣੀਆਂ ਫੁੱਲਾਂ ਜਿਹੀਆਂ ਧੀਆਂ ਬਚਾ ਕੇ ਰੱਖਿਓ, ਕਿਉਂਕਿ ਦੇਸ਼ ਨੂੰ ਚਲਾਉਣ ਵਾਲੇ ਬੇਔਲਾਦ ਬੈਠੇ ਨੇ। ਮੋਦੀ ਸਰਕਾਰ ਮੁਰਦਾਬਾਦ। ਬੀਜੇਪੀ ਵਾਲਿਓ ਸ਼ਰਮ ਕਰੋ, ਬੀਜੇਪੀ ਵਾਲਿਓ ਸ਼ਰਮ ਕਰੋ। ਦੇਸ਼ ਵਿੱਚ ਜਦੋਂ ਨਿਰਭਇਆ ਕਾਂਡ ਹੋਇਆ ਸੀਗਾ ਤੇ ਪੂਰਾ ਦੇਸ਼ ਸੜਕਾਂ ਤੇ ਸੀਗਾ ਉਸ ਲੜਕੀ ਨੂੰ ਇਨਸਾਫ ਦਿਵਾਉਣ ਵਾਸਤੇ। ਹਾਲਾਂਕਿ ਇਨਸਾਫ ਮਿਲਿਆ, ਲੇਕਿਨ ਅੱਜ ਇੱਕ ਹੋਰ ਦਲਿਤ ਲੜਕੀ ਦੇ ਨਾਲ ਯੂਪੀ ਵਿੱਚ ਬਲਾਤਕਾਰ ਕੀਤਾ ਜਾਂਦਾ ਹੈ, ਉਸ ਦੀ ਜ਼ਬਾਨ ਕੱਟੀ ਜਾਂਦੀ ਹੈ ਔਰ ਉਸਦੇ ਮਾਂ-ਬਾਪ ਨੂੰ ਦਿਖਾਉਣ ਤੋਂ ਬਗੈਰ ਹੀ ਉਸਦਾ ਅੰਤਿਮ ਸੰਸਕਾਰ ਵੀ ਦੇਰ ਰਾਤ ਕਰ ਦਿੱਤਾ ਜਾਂਦਾ ਹੈ। ਇਸੇ ਨੂੰ ਲੈ ਕੇ ਕਾਫੀ ਜਿਹੜਾ ਸੀਗਾ ਵਿਵਾਦ ਜਿਹੜਾ ਸੀਗਾ ਉਹ ਸਾਹਮਣੇ ਆ ਰਿਹਾ ਸੀਗਾ, ਲੇਕਿਨ ਇੱਕ ਵਿਵਾਦ ਉਹ ਵੀ ਸੀਗਾ ਜਦੋਂ ਸਿਮਰਤੀ ਇਰਾਨੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇੱਕ ਚੂੜੀਆਂ ਦਿੱਤੀਆਂ ਗਈਆਂ ਸੀਗੀਆਂ। ਉਸ ਚੂੜੀਆਂ ਦਾ ਜਵਾਬ ਦੇਣ ਵਾਸਤੇ ਸੰਤ ਸਿਪਾਹੀ ਦੇ ਸਿਪਾਹੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਦਵਿੰਦਰ ਵੀਰ ਜੀ, ਲਗਾਤਾਰ ਜਿਹੜਾ ਕੇਸ ਹੋਇਆ, ਪਹਿਲੋਂ ਜਦੋਂ ਨਿਰਭਇਆ ਕਾਂਡ ਹੋਇਆ ਸੀਗਾ ਤੇ ਬਹੁਤ ਲੋਕ ਸੜਕਾਂ ਤੇ ਸੀਗੇ, ਦਿੱਲੀ ਸਾਰਾ ਹਜੂਮ, ਦਿਨ ਰਾਤ ਉਸ ਲੜਕੀ ਨੂੰ ਇਨਸਾਫ ਦਿਵਾਉਣ ਦੀ ਗੱਲਬਾਤ ਕੀਤੀ ਗਈ। 10 ਸਾਲ ਬਾਅਦ ਬੇਸ਼ੱਕ ਇਨਸਾਫ ਮਿਲਿਆ, ਲੇਕਿਨ ਮਿਲਿਆ। ਹੁਣ ਜਿਹੜਾ ਕਾਂਡ ਹੋਇਆ ਆ ਯੂਪੀ ਦੇ ਵਿੱਚ, ਇੱਕ ਲੜਕੀ ਦੇ ਨਾਲ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਹੈ, ਬਲਾਤਕਾਰ ਕੀਤਾ ਜਾਂਦਾ ਹੈ, ਲੇਕਿਨ ਯੋਗੀ ਸਰਕਾਰ ਕਿੱਥੇ ਸੁੱਤੀ ਹੈ? ਕੀ ਕਹਿਣਾ ਚਾਹੁੰਦੇ ਸੀ? ਵੀਰ ਜੀ ਗੱਲ ਇਸ ਤਰ੍ਹਾਂ ਵਾ ਕਿ ਮੈਂ ਕਹਿੰਦਾ ਇਸ ਮਾਮਲੇ ਦੇ ਵਿੱਚ ਨਾ ਕੋਈ ਰਿਟ ਬਣਾਉਣੀ ਚਾਹੀਦੀ ਹੈ, ਠੀਕ ਆ, ਨਾ ਕੋਈ ਮੈਂ ਕਹਿੰਦਾ ਕਾਨੂੰਨ ਚਾਹੀਦਾ, ਬਸ ਇੱਕੋ ਕਾਨੂੰਨ ਚਾਹੀਦਾ ਵਾ ਕਿ ਫੈਸਲਾ ਔਨ ਦੀ ਸਪੋਰਟ। ਫਾਂਸੀ ਜਿਹੜੀ ਆ ਠੀਕ ਆ, ਕੋਈ ਨਜਾਇਜ਼ ਬੰਦਾ ਨਾ ਰਗੜਿਆ ਜਾਵੇ, ਇੰਨਾ ਕਿਤੇ ਪੁੱਛਗਿੱਛ ਕਰਨੀ ਬਣਦੀ ਹੈ ਸਾਡੀ ਭਾਈ, ਕਿਉਂਕਿ ਕਿਸੇ ਵੇਲੇ ਕੱਲ੍ਹ ਨੂੰ ਕੋਈ ਅੱਜ ਕੱਲ੍ਹ ਕੋਈ ਧੀਆਂ ਭੈਣਾਂ ਦੀਆਂ ਵੀ ਗਲਤੀਆਂ ਬਹੁਤ ਜ਼ਿਆਦੀਆਂ ਹੁੰਦੀਆਂ ਵਾ। ਉਸ ਐਵੇਂ ਨਜਾਇਜ਼ ਹੀ ਕਿਸੇ ਦਾ ਨਾਮ ਲਾ ਦੇ ਤੇ ਕਵੇ ਵੀ ਭਾਈ ਇਹਨੇ ਮੇਰੇ ਨਾਲ ਰੇਪ ਕੀਤਾ ਵਾ ਜਾਂ ਕੁਛ ਵੀ ਕੀਤਾ ਵਾ, ਉਸ ਚੀਜ਼ ਤੋਂ ਵੀ ਬਚਣਾ। ਆਪਾਂ ਇਨਸਾਫ ਉਹਨੂੰ ਕਹਿੰਦੇ ਆ ਜਿਹੜਾ ਦੋਵੇਂ ਤਰੀਕੇ ਨਾਲ ਸਿਰਦਾ। ਪਰ ਆਹ ਇਨਸਾਫ ਨਹੀਂ ਕਿ 10-10 ਸਾਲ ਇੰਨੀ ਦਰਿੰਦਗੀ ਕੀਤੀ ਹੋਵੇ ਤੇ 10-10 ਸਾਲ ਕੇਸ ਚੱਲਦੇ ਰਹਿਣ, ਠੀਕ ਹੈ ਨਾ। ਉਹ ਬੰਦੇ ਦੇ ਜਿਹੜਾ ਧਰਤੀ ਤੋਂ ਗਿਆ ਵਾ, ਉਹਦੀ ਆਤਮਾ ਵੀ ਤੁਹਾਨੂੰ ਪੁੱਛਦੀ ਹੈ ਨਾ ਭਾਈ ਵੀ ਆਹ ਲੋਕਾਂ ਨੇ ਮੇਰੇ ਨਾਲ ਕਰਤੂਤ ਕੀਤੀ ਤੇ ਸਾਡੇ ਲੋਕੀ ਸਿਰਫ ਧਰਮ ਦੇ ਲਾਰਿਆਂ ਦੇ ਵਿੱਚ, ਜਕਾਰਿਆਂ ਦੇ ਵਿੱਚ ਹੀ ਤੁਰੇ ਫਿਰਦੇ ਨੇ, ਮੇਰੀ ਕਿਸੇ ਨੇ ਬਾਂਹ ਨਹੀਂ ਫੜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਭਾਜਪਾ ਸਰਕਾਰ ਨੇ ਅੱਜ ਤੱਕ, ਮੈਂ ਸਮਝਦਾ ਮੈਂ ਗੁਰੂ ਘਰ ਬੈਠਾ ਵਾਂ, ਦਿਲ ਤੋਂ ਕਹਿ ਰਿਹਾ, ਮੈਨੂੰ ਕਿਸੇ ਕੰਜਰ ਦਾ ਡਰ ਨਹੀਂ। ਮੈਂ ਸਿੱਧੀ ਗੱਲ ਕਰਦਾ, ਮੈਂ ਗੁਰੂ ਦਾ ਸਿੱਖ ਹਾਂ, ਬਾਬੇ ਦੀਪ ਸਿੰਘ ਦਾ ਪੁੱਤਰ ਹਾਂ, ਮੈਂ ਸਿੱਧੀ ਗੱਲ ਕਰੂੰਗਾ। ਇਹ ਭਾਜਪਾ ਵਾਲਿਆਂ ਨੇ ਸਿਵਾਏ ਅੰਧ ਵਿਸ਼ਵਾਸ ਤੇ ਮੈਂ ਕਹਿੰਦਾ ਬੇਰੁਜ਼ਗਾਰੀ ਤੇ ਅੱਜ ਜਿੰਨੀ ਵੀ ਇਹਨਾਂ ਨੇ ਡੈਮੋਕ੍ਰੇਸੀ ਜਿਹੜੀ ਆ ਅੱਜ ਚਲਾ ਰਹੇ ਨੇ, ਧਰਮ ਦੇ ਨਾਂ ਤੇ ਗੁੰਮਰਾਹ ਕਰ ਰਹੇ ਆ, ਲੋਕਾਂ ਨੂੰ ਠੱਗੀਆਂ ਠੋਰੀਆਂ ਮਾਰਨ ਦੇ ਨੇ, ਗੁੰਮਰਾਹ ਕਰ ਰਹੇ ਨੇ, ਇੱਕ ਦੂਜੇ ਦੇ
ਪਾੜ ਪਾ ਰਹੇ ਨੇ। ਮੈਂ ਕਹਿੰਦਾ ਆ ਸਭ ਤੋਂ ਵੱਡੀ ਦੇਣ ਹੀ ਭਾਜਪਾ ਦੀ ਆ। RSS ਨਾਲ ਮਿਲ ਕੇ ਇਹਨਾਂ ਨੇ ਉਹ ਕੰਮ ਕਰ ਰਹੇ ਨੇ। ਇਹਨਾਂ ਨੇ ਸਾਡੇ ਪੰਜਾਬ ਦੀ ਧਰਤੀ ਤੇ ਆਣ ਕੇ ਵੀ ਮੈਂ ਕਹਿੰਦਾ ਬੇੜਾ ਗਰ ਕਰ ਦਿੱਤਾ। ਰਾਜਨੀਤਿਕ ਪਾਰਟੀ ਨੂੰ ਮੈਂ ਕਿਸੇ ਨੂੰ ਮਾੜੀ ਨਹੀਂ ਕਹਿੰਦਾ। ਇਹ ਸਾਡੀਆਂ ਦੇਸ਼ ਨੂੰ ਚਲਾਉਣ ਵਾਲੀਆਂ ਉਹ ਪਾਰਟੀਆਂ ਨੇ ਜਿਹੜੀਆਂ ਕਮ ਸੇ ਕਮ ਸਾਡਾ ਅਸੀਂ ਇਹਨਾਂ ਤੋਂ ਕੋਈ ਭਵਿੱਖ ਜਾਣਦੇ ਹਾਂ ਕਿ ਸਾਡੇ ਵਾਸਤੇ ਕੋਈ ਚੰਗਾ ਕਰਨ, ਸਾਡੀ ਨੌਜਵਾਨ ਪੀੜ੍ਹੀ ਵਿੱਚ ਚੰਗਾ ਕਰਨ। ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਤੁਹਾਡੇ ਰਾਜ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਫੜ ਕੇ ਕੁਰਸੀਆਂ 'ਤੇ ਬਹਾ ਦਿੱਤਾ ਵਾ ਜਿਨ੍ਹਾਂ ਨੂੰ ਕਿਤੇ ਮੇਲਿਆਂ ਦੇ ਵਿੱਚ ਅਸੀਂ ਕਿਤੇ ਨਿੱਕੇ ਹੁੰਦੇ ਸੱਪ ਫੜਦੇ ਵੇਂਦੇ ਹੁੰਦੇ ਹਾਂ, ਉਹ ਚੋਲਿਆਂ ਵਾਲਿਆਂ ਨੂੰ, ਉਹ ਜਿਨ੍ਹਾਂ ਨੂੰ ਤੁਸੀਂ ਮੰਦਿਰ ਦੇ ਵਿੱਚ ਫੁੱਲੀਆਂ ਜਿਨ੍ਹਾਂ ਕੋਲ ਵਰਤਾਉਣੀਆਂ ਸੀ ਉਹਨਾਂ ਨੂੰ ਤੁਸੀਂ ਮਾਮਾ ਕਿਤੇ CM ਦੀ ਕੁਰਸੀ 'ਤੇ ਬਹਾਇਆ। ਉਹਨਾਂ ਨੂੰ ਤੁਸੀਂ ਉਹਨਾਂ ਨੂੰ ਕਮ ਸੇ ਕਮ ਕੀ ਗੱਲ ਤੁਹਾਨੂੰ ਯੂਪੀ ਦੇ ਵਿੱਚ ਅੱਜ ਮੈਂ ਕਹਿੰਦਾ ਸਾਡੇ ਪੰਜਾਬ ਨਾਲੋਂ ਵੱਧ ਜੇ ਕੋਈ ਪੜ੍ਹਿਆ ਲਿਖਿਆ ਵਰਗਿਆ ਤੇ ਮੇਰੇ ਖਿਆਲ ਨਾਲ ਯੂਪੀ ਬਿਹਾਰ ਦਾ ਵਾ। ਕੋਈ ਮਾੜੇ ਤੋਂ ਮਾੜਾ ਇੱਥੇ ਜਲੇਬੀਆਂ ਕੱਢਣ ਵਾਲਾ ਭਈਆ, ਮੈਂ ਤਾਂ ਕੋਈ ਜਲੇਬੀਆਂ ਲੈਣ ਗਿਆ ਉਹਨੂੰ ਪੁੱਛਿਆ ਪੜ੍ਹਿਆ ਕਿੰਨਾ ਵਾ, ਉਹ ਕਹਿੰਦਾ ਵੀਰੇ ਮੈਂ BA ਕੀਤੀ ਆ। ਉਹ BA ਪੜ੍ਹੇ ਜਿਹੜੇ ਬੰਦੇ ਨੇ ਤੁਸੀਂ ਉਹ ਜਲੇਬੀਆਂ ਕੱਢ ਤੇ ਰੱਖੇ ਨੇ, ਤੇ ਜਿਹੜੇ 10 ਪਾਸ ਇਹੋ ਜਿਹੇ ਬੰਦੇ ਨੇ ਤੁਸੀਂ ਉਹਨਾਂ ਨੂੰ ਕਿਤੇ ਕੁਰਸੀਆਂ ਤੇ ਬਹਾਇਆ ਵਾ। ਅੱਜ ਤੁਸੀਂ ਚੂੜੀਆਂ ਦੇਣ ਵਾਸਤੇ ਆਏ ਹੋ, ਕਿਹਨੂੰ ਚੂੜੀਆਂ ਦੇਣ ਵਾਸਤੇ ਆਏ ਔਰ ਕਿਉਂ ਦੇਣ ਵਾਸਤੇ ਆਏ? ਵੀਰ ਜੀ ਇਹ ਚੂੜੀਆਂ ਜਿਹੜੀਆਂ ਭਾਜਪਾ ਦੀਆਂ ਚੂੜੀਆਂ ਵਾ ਤੇ ਭਾਜਪਾ ਨੂੰ ਵਾਪਸ ਕਰਨਾ ਆ। ਕਿਉਂਕਿ ਇਹਨਾਂ ਨੂੰ ਯਾਦ ਕਰਵਾ ਦਿਆਂ ਕਿ ਜਦੋਂ ਇਹ ਕਾਂਡ ਹੋਇਆ ਸੀ ਤੇ ਉਦੋਂ ਨਿਰਭੈ ਕਾਂਡ ਹੋਇਆ ਜਦੋਂ ਹੋਇਆ ਸੀ ਤੇ ਇਹਨਾਂ ਦੀ ਜਿਹੜੀ ਭਾਜਪਾ ਦੀ ਜਿਹੜੀ ਸੰਸਦ ਮੈਂਬਰ ਆ ਸਿਮਰਤੀ ਇਰਾਨੀ, ਉਹਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀਆਂ ਚੂੜੀਆਂ ਭੇਜੀਆਂ ਸੀ ਕਿ ਤੇਰੇ ਰਾਜ ਦੇ ਵਿੱਚ ਧੀਆਂ ਭੈਣਾਂ ਦਾ ਬਲਾਤਕਾਰ ਹੋ ਰਿਹਾ, ਤੂੰ ਚੂੜੀਆਂ ਪਾ ਲਾ। ਤੇ ਅੱਜ ਮੋਦੀ ਦੇ ਰਾਜ ਵਿੱਚ ਦੁਗਣੀ ਤਾਦਾਦ ਦੇ ਨਾਲ ਜ਼ਿਆਦਾ ਦਰਿੰਦਗੀ ਦੇ ਨਾਲ ਬਲਾਤਕਾਰ ਹੋ ਰਿਹਾ ਤੇ ਕਿਤੇ ਨਾ ਕਿਤੇ ਚੂੜੀਆਂ ਤੁਹਾਨੂੰ ਵੀ ਰਿਜ਼ਰਵ ਕਰਦੀਆਂ ਨੇ, ਤੁਸੀਂ ਵੀ ਪਾ ਲਓ, ਇਕੱਲੇ ਮੋਦੀ ਨਾ ਪਾਇਓ, ਜੋ ਸਾਰੇ ਜਾਣੇ ਪਾ ਲਓ ਮੇਰੇ ਭਰਾ। ਕਿਸ ਤਰ੍ਹਾਂ ਦਾ, ਕਿਉਂਕਿ ਦੇਖਦੇ ਹੋ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਵਾ, ਜਿਹੜਾ ਜੋਗੀ ਦੀ ਸਰਕਾਰ ਵੱਲੋਂ ਕੋਈ ਹਜੇ ਤੱਕ ਉੱਥੇ ਕਿਸੇ ਨੂੰ ਗੱਲਬਾਤ ਕਰਨ ਨਹੀਂ ਦਿੱਤੀ ਜਾ ਰਹੀ, ਮੀਡੀਆ ਨੂੰ ਬਹੁਤ ਦੂਰ ਰੱਖਿਆ ਜਾ ਰਿਹਾ, ਕਿਸ ਤਰ੍ਹਾਂ ਵੇਖਦੇ ਸਾਰੀ ਘਟਨਾਕ੍ਰਮ? ਵੀਰੇ ਮੈਨੂੰ ਵੇਖਦਾ ਵਾਂ ਕਿ ਦੋ ਲੈਣਾ ਬੜੀਆਂ ਵਧੀਆ ਤਰੀਕੇ ਤੋਂ ਮੈਨੂੰ ਕਿਸੇ ਸੱਜਣ ਨੇ ਭੇਜੀਆਂ ਨੇ ਕਿ ਜਿੱਧਰ ਦੇਖੋ ਹਵਸ਼ ਦੇ ਜਲਾਦ ਬੈਠੇ ਨੇ, ਜਿੱਧਰ ਦੇਖੋ ਹਵਸ਼ ਦੇ ਜਲਾਦ ਬੈਠੇ ਨੇ। ਆਪਣੀਆਂ ਫੁੱਲਾਂ ਜਿਹੀਆਂ ਧੀਆਂ ਬਚਾ ਕੇ ਰੱਖਿਓ, ਆਪਣੀਆਂ ਫੁੱਲਾਂ ਜਿਹੀਆਂ ਧੀਆਂ ਬਚਾ ਕੇ ਰੱਖਿਓ, ਕਿਉਂਕਿ ਦੇਸ਼ ਨੂੰ ਚਲਾਉਣ ਵਾਲੇ ਬੇਔਲਾਦ ਬੈਠੇ ਨੇ। ਜੇਕਰ ਜਿਹੜੇ CM ਨੇ ਜੋਗੀ ਆਦਿੱਤਿਆਨਾਥ ਇੱਥੇ ਪਹੁੰਚਦੇ ਨੇ ਪੰਜਾਬ 'ਚ, ਕਿਸ ਤਰ੍ਹਾਂ ਦਾ ਉਹਨਾਂ ਨਾਲ ਬਾਈਕਾਟ ਕੀਤਾ ਜਾਏਗਾ? ਕਿਸ ਤਰ੍ਹਾਂ ਦਾ ਉਹਨਾਂ ਦਾ ਵਿਰੋਧ ਕੀਤਾ ਜਾ ਸਕਦਾ? ਬ੍ਰਦਰ ਜੀ ਬਾਈਕਾਟ ਤੇ ਇਹਨਾਂ ਦਾ ਇਹ ਆਪ ਹੀ ਕਰ ਦੇਣ ਚੰਗੀ ਗੱਲ ਆ, ਇੱਜ਼ਤ ਰਹਿ ਜਾਂਦੀ ਆ ਕਿਉਂਕਿ ਸਮਾਜ ਦਾ ਹਿੱਸਾ ਵਾ। ਅੱਜ ਮੈਂ ਜੋਗੀ ਨੂੰ ਪੁੱਛਦਾ, ਜੋਗੀ ਜੇ ਕਿਤੇ ਤੇਰੀ ਭੈਣ ਨਾ ਹੋਇਆ ਹੁੰਦਾ, ਤੇਰੀ ਬੇਟੀ ਨਾ ਹੋਇਆ ਹੁੰਦਾ, ਤੇਰੀ ਭਤੀਜੀ ਨਾ ਹੋਇਆ ਹੁੰਦਾ, ਤੇਰੀ ਭਣੇਵੀ ਨਾ ਹੋਇਆ ਹੁੰਦਾ ਨਾ, ਮਿੱਤਰ ਪਿਆਰਿਆ ਤੇਰੇ ਅੰਦਰੋਂ ਜਿਹੜੀਆਂ ਲਾਟਾਂ ਜਿਹੜੀ ਤੁਹਾਡੇ ਅੰਦਰ ਦੀਆਂ ਜ਼ਹਿਰ ਦੀਆਂ ਭਰੀਆਂ ਹੋਈਆਂ ਨਾ ਬਹੁਤ ਉਗਲਣੀਆਂ ਸੀ। ਤੁਸੀਂ ਮੈਂ ਕਹਿੰਦਾ ਕਿ ਬੰਦੇ ਨੂੰ ਜ਼ਮੀਨ ਪਾੜ ਕੇ ਲਿਆਉਣਾ ਸੀ। ਅੱਜ ਤੂੰ ਇੰਨਾ ਘਟੀਆ ਬਿਆਨ ਦੇ ਰਿਹਾ ਵਾਂ ਕਿ ਮੈਂ ਕੋ ਆ ਜਿਹੜੀ ਭੈਣ ਨਾਲ ਬਲਾਤਕਾਰ ਹੋਇਆ ਵਾ, ਮਾਫ ਕਰਨਾ, ਇਹਨੂੰ ਦਲਿਤ ਵੀ ਸ਼ਬਦ ਨਾ ਵਰਤਿਆ ਕਰੋ ਕਿਉਂਕਿ ਉਹ ਇੱਕ ਦੇਸ਼ ਦੀ ਧੀ ਭੈਣ ਸੀ। ਦਲਿਤ ਸ਼ਬਦ ਇਹਨਾਂ ਕੰਦਿਆਂ ਲੋਕਾਂ ਨੇ, ਇਹਨਾਂ ਨੇ ਬ੍ਰਾਹਮਣਵਾਦੀ ਸੋਚਾਂ ਦਿੱਤਾ ਹੋਇਆ ਵਾ। ਦਲਿਤ ਕੋਈ ਨਹੀਂ ਹੈਗਾ, ਅਸੀਂ ਸਾਰੇ ਇੱਕ ਆਮ ਇਨਸਾਨ ਪਰਮਾਤਮਾ ਨੇ ਸਾਨੂੰ ਬਣਾਇਆ ਹੋਇਆ ਵਾ, ਕੁਦਰਤ ਕੇ ਸਭ ਬੰਦੇ, ਠੀਕ ਹੈ ਨਾ। ਸੋ ਕਮ ਸੇ ਕਮ ਜੇ ਕਿਤੇ ਜੋਗੀ ਤੇਰੀ ਭੈਣ ਨਾ ਹੋਇਆ ਹੁੰਦਾ, ਤੇਰੀ ਬੇਟੀ ਨਾ ਹੋਇਆ ਹੁੰਦਾ ਨਾ, ਤੇ ਮੈਂ ਕਹਿੰਦਾ ਰਾਤੋਂ ਰਾਤ ਇਹ ਬੰਦੇ ਜਿੱਦਾਂ ਤੂੰ ਰਾਤੋਂ ਰਾਤ ਸੰਸਕਾਰ ਕਰਵਾਇਆ ਨਾ, ਉੱਦਾਂ ਰਾਤੋਂ ਰਾਤ ਤੂੰ ਇਹਨਾਂ ਨੂੰ ਫਾਂਸੀ ਲਟਕਾ ਦੇਣੀ ਸੀ, ਆਪ ਗੋਲੀ ਮਾਰ ਦੇਣੀ ਸੀ। ਹੁਣ ਤੈਨੂੰ ਕਿਉਂ ਨਹੀਂ ਮੌਤ ਪੈਂਦੀ? ਪਾ ਇਹਨਾਂ ਨੂੰ ਹੁਣ ਵੀ ਕਿਤੇ, ਇਹਨਾਂ ਨੂੰ ਕਿਤੇ ਕਮ ਸੇ ਕਮ ਤੁਹਾਨੂੰ ਕੀੜੇ ਪੈਣ, ਤੁਹਾਨੂੰ ਕਿਤੇ ਇਹਨਾਂ ਨੂੰ ਹੁਣ ਦਿਓ ਫਾਂਸੀ ਸਜ਼ਾ। ਇਹਨਾਂ ਨੂੰ 25 ਲੱਖ ਰੁਪਈਆ ਤੂੰ ਕਹਿਣ ਡਿਆ ਵਾ ਕੁੜੀ ਵਾਲਿਆਂ ਨੂੰ ਅਸੀਂ ਦੇਣ ਡਿਆ ਵਾ, ਤੇਰੇ ਮੂੰਹ ਤੇ ਕਰਾੜੀ ਚਪੇੜ ਇੱਕ ਬੰਦੇ ਨੇ ਮਾਰੀ ਵੀ ਕਰੋੜ ਰੁਪਈਆ ਮੈਂ ਦਊਂਗਾ, ਉਹ ਬੰਦੇ ਸਾਡੇ ਸਾਹਮਣੇ ਲਾਇਓ ਤੁਸੀਂ। ਤੇ ਇਸ ਸਾਰੀ ਘਟਨਾ ਤੋਂ ਬਾਅਦ ਜਿਹੜਾ ਵਾ ਰਾਹੁਲ ਗਾਂਧੀ UP ਜਾਣ ਦੀ ਤਿਆਰੀ ਕਰਦੇ ਨੇ, ਰਸਤੇ 'ਚ ਰੋਕ ਦਿੱਤਾ ਜਾਂਦਾ ਆ, ਕਿਆ ਲੱਗਦਾ ਨਹੀਂ ਹੈ ਕਿ ਸਿਰਫ ਪੋਲਿਟਿਕਸ ਹੋ ਰਹੀ ਹੈ ਇਸ ਉੱਤੇ? ਬ੍ਰਦਰ ਇਹ ਤਾਂ ਬਸ ਉੱਤੋਂ ਮਲਾਈ ਲਾਉਣ ਜਾਣ ਡਿਆ, ਠੀਕ ਆ। ਇਹ ਕਾਂਡ ਪੂਰੇ ਦੇਸ਼ ਨੇ ਇਹਨੂੰ ਹਿਲਾ ਕੇ ਰੱਖ ਦਿੱਤਾ ਵਾ, ਪੂਰੇ ਦੇਸ਼ ਦੀ ਜਨਤਾ ਆਵਾਮ ਲਾਹਣਤਾਂ ਪਾ ਰਹੀ ਆ, ਠੀਕ ਆ ਨਾ। ਇਹ ਉਦਣ ਕਿੱਥੇ ਸੀ ਰਾਹੁਲ ਗਾਂਧੀ? ਜਿੱਦਣ ਉਹ ਭੈਣ ਦਿੱਲੀ ਦੇ ਵਿੱਚ ਸੀ, ਤੂੰ ਵੀ ਤਾਂ ਦਿੱਲੀ ਦੇ ਵਿੱਚ ਸੀ ਨਾ ਭਰਾਵਾ, ਹੈਂ? ਤੇ ਜਾ ਕੇ ਹਸਪੀਟਲ ਪਤਾ ਨਹੀਂ ਸੀ ਲਿਆ ਜਾ ਸਕਦਾ? ਤੂੰ ਕੀ ਗੱਲ ਅੱਜ ਤੁਸੀਂ ਕਹਿ ਰਹੇ ਹੋ ਉਹਨੂੰ ਮਰਨ ਤੋਂ ਬਾਅਦ ਤੁਸੀਂ ਪੈਕੇਜ ਦਿੰਦੇ ਹੋ, ਉਹ ਜਿਉਂਦਿਆਂ ਨੂੰ 10 ਰੁਪਈਏ ਨੇ ਤੁਹਾਡੇ ਕੋਲ ਨਿਕਲਦੇ ਪੱਟੀ ਜੋਗੇ। ਆਹ ਤੁਹਾਡੀ ਔਕਾਤ ਆ, ਇਹ ਤੋਂ ਵੱਧ ਹੈ ਨਹੀਂ ਆ ਤੁਹਾਡੀ ਔਕਾਤ। ਮਰੇ ਦੇ ਬਾਅਦ ਤੇ ਮੈਂ ਕਹਿੰਦਾ ਬਗਾਨੇ ਵੀ ਚਾਰ ਆਣ ਕੇ ਕੱਖ ਰੱਖ ਦਿੰਦੇ ਆ, ਠੀਕ ਹੈ ਨਾ, ਉਹ ਵੀ ਲੱਕੜ ਰੱਖ ਦਿੰਦੇ ਆਣ ਕੇ, ਕਹਿੰਦੇ ਬਹੁਤ ਵਧੀਆ ਬਹੁਤ ਵਧੀਆ। ਪਰ ਜਿਹੜਾ ਕੰਮ ਜਿਹੜੀ ਦਾਗ ਉਹਦੇ ਚਰਿੱਤਰ ਤੇ ਵਿਚਾਰੀ ਲੈ ਕੇ ਚਲ ਗਈ ਹੈ ਜਨਮਾਂਤਰਾਂ ਦੇ ਵਿੱਚ, ਇਹਨਾਂ ਨੇ ਤੁਹਾਡੀ ਰਾਤਾਂ ਦੀਆਂ ਨੀਂਦਾਂ ਹਰਾਮ ਕਰ ਦੇਣੀਆਂ। ਬੰਦੇ ਬਣ ਜਾਓ, ਰਾਜਨੀਤੀ ਚੰਗੀ ਆ ਜੇਕਰ ਤੁਸੀਂ ਜਨਤਾ ਦੇ ਭਲੇ ਵਾਸਤੇ ਵਰਤੋ, ਤੇ ਲੇਕਿਨ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਕਰਕੇ ਇਹਨਾਂ ਧੀਆਂ ਭੈਣਾਂ ਦਾ ਘਾਣ ਕਰਵਾ ਰਹੇ ਹੋ ਨਾ, ਇਹਨਾਂ ਨੇ ਬੇੜਾ ਗਰਕ ਤੁਹਾਡੀ ਕੁੱਲਾਂ ਦਾ ਕਰਨਾ ਵਾ।
ਚੂੜੀਆਂ ਦੇ ਨਾਲ ਕੋਈ ਹੋਰ ਪਲਾਨ ਵੀ ਸੀਗਾ ਤੁਹਾਡਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਰਹੇ ਵੀਰ ਜੀ ਮੇਰਾ ਚੂੜੀਆਂ ਦੇ ਨਾਲ ਬਹੁਤ ਵਧੀਆ ਪਲਾਨ ਸੀ ਕਿ ਕਮ ਸੇ ਕਮ ਇਹਨਾਂ ਸਾਰਿਆਂ ਵਾਸਤੇ ਮੈਂ ਸਾੜੀਆਂ ਭੇਜਦਾ, ਮੇਕਅਪ ਦੀਆਂ ਕਿੱਟਾਂ ਭੇਜਦਾ, ਪਰ ਉਹ ਕੋਈ ਗੱਲ ਨਹੀਂ। ਇਹ ਚੂੜੀਆਂ ਨੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ, ਅੱਜ ਯੂਪੀ ਦੇ ਵਿੱਚ ਵੀ ਇੱਕ ਮੁੰਡੇ ਨੇ ਚੂੜੀਆਂ ਭੇਜੀਆਂ ਨੇ ਜੋਗੀ ਨੂੰ, ਸ਼ੁਰੂਆਤ ਵਧੀਆ ਕੀਤੀ ਆਪਾਂ ਤੇ ਇਹਦਾ ਰਿਜ਼ਲਟ ਸਾਨੂੰ ਵਧੀਆ ਤਰੀਕੇ ਨਾਲ ਮਿਲ ਰਿਹਾ ਵਾ। ਮੈਂ ਕਹਿੰਦਾ ਇਸੇ ਤਰ੍ਹਾਂ ਟੱਕਰੇ ਰਹੋ ਤੇ ਇਹਨਾਂ ਨੂੰ ਚੂੜੀਆਂ ਇਸੇ ਤਰ੍ਹਾਂ ਭੇਜਦੇ ਰਹੋ, ਕਿਉਂਕਿ ਇਹਨਾਂ ਦੀ ਵਾਕਈ ਜਿਹੜੀ ਹੁਣ ਚੂੜੀਆਂ ਪਾਉਣ ਦੀ ਔਕਾਤ ਆ, ਕੁਰਸੀਆਂ ਤੇ ਬਹਿੰਦੀ ਨਾ ਇਹਨਾਂ ਦੀ। ਕਿਆ ਸਮਝਦੇ ਹੋ ਕਿ ਇਹਨਾਂ ਦੇ ਜਿਹੜੇ ਲੋਕ ਜਿਨ੍ਹਾਂ ਦੇ ਖਿਲਾਫ ਕੁਝ ਕੇਸ ਦਰਜ ਹੋਇਆ ਉਹਨਾਂ ਦੇ ਖਿਲਾਫ ਫਾਸਟ ਕੋਰਟ ਤੇ ਕੇਸ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਜਿਹੜਾ ਪਨਿਸ਼ਮੈਂਟ ਜਿਹੜੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ? ਵੀਰ ਜੀ ਮੈਂ ਕਹਿੰਦਾ, ਮੈਂ ਬੇਨਤੀ ਕਰਦਾ ਕਾਨੂੰਨ ਨੂੰ ਵੀ ਕਿ ਤੁਸੀਂ ਨਾ ਵੇਖੋ ਸਾਨੂੰ ਕੋਰਟਾਂ ਕਚਹਿਰੀਆਂ ਦੇ ਮਾਮਲਿਆਂ ਦੇ ਵਿੱਚ ਮੈਂ ਕਹਿੰਦਾ ਘਸੀਟਦੇ ਰਹੋ। ਕੋਈ ਜ਼ਮੀਨੀ ਲੈਵਲ ਦਾ ਕੇਸ ਹੋਵੇ ਨਾ ਤੇ ਬੰਦਾ ਭਾਵੇਂ ਕਹਿ ਵੀ ਸਕੋ 20 ਸਾਲ ਚੱਲ ਗਿਆ ਕੋਈ ਗੱਲ ਨਹੀਂ, ਪਰ ਜਦੋਂ ਤੁਹਾਨੂੰ ਸਾਰਾ ਪਤਾ ਵੀ ਉਹ ਵਿਚਾਰੀ ਦੀ ਕੋਈ ਵੀਡੀਓ ਦੇਖੋ, ਵੀਡੀਓ ਦੇਖ ਕੇ ਨਾ ਮਨ ਨੂੰ ਕੁਝ ਹੁੰਦਾ ਵਾ ਯਾਰ। ਉਹਨੇ ਸ਼ਰੇਆਮ ਦੱਸਿਆ ਵਿਚਾਰੇ ਨੇ ਕਿ ਮੇਰੇ ਨਾਲ ਆਹ ਕੁਝ ਕਰਦਾ, ਦੂਜੀ ਵਾਰੀ ਰੇਪ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਮੇਰੀ ਮਾਂ ਆ ਗਈ ਤੇ ਕਿੱਦਾਂ ਵੇਖ ਕੇ ਭੱਜੇ, ਮੇਰੀ ਮਾਂ ਨੇ ਆਣ ਕੇ ਮੇਰੇ ਮੂੰਹ 'ਚ ਪਾਣੀ ਪਾਇਆ ਵਾ। ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕਿਸੇ ਦੀ ਧੀ ਭੈਣ ਨਾਲ ਮਾੜਾ ਹੁੰਦਾ ਵਾ ਨਾ, ਚਾਹੇ ਉਹ ਕਿਸੇ ਪਾਰਟੀ ਦਾ ਵੀ ਲੀਡਰ ਆ, ਇੱਕ ਵਾਰੀ ਇਹ ਸੋਚ ਲਿਆ ਕਰੋ ਕਿ ਮੇਰੀ ਆਪਣੀ ਧੀ ਨਾਲ ਹੋਇਆ ਵਾ। ਜਿੱਦਣ ਤੁਸੀਂ ਇਹ ਸੋਚੋਗੇ ਨਾ, ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਸਾਨੂੰ ਚੀਕਣ ਦੀ ਲੋੜ ਹੀ ਨਹੀਂ, ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਹੈਗੀ ਤੁਸੀਂ, ਲੇਕਿਨ ਜਿੱਦਣ ਤੁਸੀਂ ਆਪਣੀ ਧੀ ਸਮਝੋਗੇ ਤੇ ਮੰਨੋਗੇ ਤੇ ਫਿਰ। ਤਰੁਣ ਚੁੱਗ ਦਾ ਇੱਕ ਬਿਆਨ ਬੜਾ ਵਾਇਰਲ ਹੋ ਰਿਹਾ, ਜਿਹਦੇ ਵਿੱਚ ਉਹ ਕਹਿ ਰਿਹਾ ਕਿ ਜਿਹੜਾ ਵੀ ਵਿਅਕਤੀ ਸਾਡੇ ਦਫ਼ਤਰ ਪਹੁੰਚੇਗਾ ਆਏਗਾ ਤੇ ਆਪਣੀ ਲੱਤਾਂ ਤੇ ਜਾਏਗਾ ਸਟਰਕਚਰ ਤੇ। ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ? ਆ ਚੁੰਗ ਨੂੰ ਮੈਂ ਕਹਦਾ, ਅੰਮ੍ਰਿਤਸਰ ਦੇ ਵਿੱਚ ਜੇ ਸਭ ਤੋਂ ਵੱਡਾ ਦੇਸ਼ ਦਰੋਹੀ ਬੈਠਾ ਵਾ, ਦੋ ਬੰਦੇ ਨੇ, ਇੱਕ ਆ ਸ਼ਵੇਤ ਮਲਕ ਤਾਂ ਦੂਜਾ ਤੂੰ ਆ ਮਿੱਤਰਾ। ਤੂੰ ਭਾਜਪਾ ਦਾ ਬਹੁਤ ਵੱਡਾ ਚੂਪਾ, ਮੈਂ ਕਹਿਣਾ ਤੈਨੂੰ ਕਹਿਣਾ, ਤੇਰਾ ਨਾਂ ਵਾਕਈ ਕਿਸੇ ਨੇ ਚੁੰਗ ਰੱਖਿਆ ਵਾ ਤੇ ਵਾਕਈ ਤੂੰ ਸਭ ਤੋਂ ਵੱਡਾ ਚੁੰਗ ਆ ਤੂੰ। ਇੱਕ ਕੰਮ ਕਰ, ਆ ਤੈਨੂੰ ਮੈਂ ਲਲਕਾਰਦਾ, ਦੱਸ ਤੇਰਾ ਦਫ਼ਤਰ ਕਿੱਥੇ ਆ? ਸਟ੍ਰੈਚਰ ਵੀ ਮੈਂ ਲੈ ਕੇ ਆਉਣਾ, ਨਿਹੰਗ ਸਿੰਘ ਫੌਜਾਂ ਨਾਲ ਮੈਂ ਲੈ ਕੇ ਆਉਣਾ ਵਾ, ਠੀਕ ਆ? ਤੇ ਤੈਨੂੰ ਮੈਂ ਦੱਸੂਗਾ, ਆ ਤੇਰੇ ਦਫ਼ਤਰ ਦੇ ਬਾਹਰ ਮੈਂ ਆਊਂਗਾ। ਤੂੰ ਇੱਕ ਕੰਮ ਕਰ, ਤੂੰ ਹੱਥ ਲਾ ਕੇ ਸਾਨੂੰ ਖਾ, ਅਸੀਂ ਤੇਰੇ ਬਾਹਰ ਤੇਰੀ ਆਣ ਕੇ ਕੈਂਡਲ ਮਾਰਚ ਮੈਂ ਕੱਢਦਾ ਆਣ ਕੇ, ਠੀਕ ਹੈ ਨਾ? ਸਟ੍ਰੈਚਰ ਮੈਂ ਲੈ ਕੇ ਆਊਂਗਾ, ਜਾਂ ਤੇ ਤੂੰ ਉੱਤੇ ਆਪਣੇ ਆਪ ਲੰਮਾ ਪੈ ਜੀ, ਜਾਂ ਦਵਿੰਦਰ ਸਿੰਘ ਨੂੰ ਜਾਂ ਬਾਬੇ ਦੀਪ ਸਿੰਘ ਦੇ ਪੁੱਤਰ ਨੂੰ ਲੰਮੇ ਮੁਕਾ ਕੇ ਖਾ, ਤੈਨੂੰ ਮੈਂ ਦੱਸਦਾ ਤੈਨੂੰ ਫਿਰ ਮੈਂ। ਸੋ ਇਹ ਸਨ ਦਵਿੰਦਰ ਸਿੰਘ ਜੀ, ਜਿਨ੍ਹਾਂ ਵੱਲੋਂ ਲਗਾਤਾਰ ਜਿਹੜਾ ਆ ਆਵਾਜ਼ ਚੁੱਕੀ ਜਾਂਦੀ ਹੈ ਕਿਸੇ ਵੀ ਲੜਕੀ ਦੇ ਅਗਰ ਕੋਈ ਵੀ ਭੀੜ ਪੈਂਦੀ ਹੈ। ਹਾਲਾਂਕਿ ਯੂਪੀ ਵਿੱਚ ਜਿਹੜੀ ਲੜਕੀ ਦੇ ਨਾਲ ਰੇਪ ਹੋਇਆ ਸੀਗਾ, ਉਸ ਤੋਂ ਬਾਅਦ ਉਸ ਦੀ ਜ਼ੁਬਾਨ ਕੱਟ ਕੇ ਉਸ ਨੂੰ ਜਿਹੜਾ ਸੀਗਾ ਮੌਤ ਦੇ ਘਾਟ ਜਿਹੜਾ ਸੀਗਾ ਜਿਹੜੀ ਡੈਥ ਹੋਈ ਹੋ ਗਈ ਸੀਗੀ। ਲੇਕਿਨ ਬਹੁਤ ਹੈਰਾਨੀ ਦੀ ਗੱਲ ਸੀ ਕਿ ਦੇਰ ਰਾਤ ਉਸ ਦਾ ਜਿਹੜਾ ਸੀਗਾ ਅੰਤਿਮ ਸੰਸਕਾਰ ਤੱਕ ਕਰਵਾ ਦਿੱਤਾ, ਮਾਂ-ਬਾਪ ਨੂੰ ਤਸਵੀਰ ਵੀ ਵੇਖਣ ਨਹੀਂ ਦਿੱਤੀ ਗਈ। ਲੇਕਿਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਵੀ ਗੁੱਸਾ ਜਿਹੜਾ ਆ ਸਤਵੇਂ ਅਸਮਾਨ 'ਤੇ, ਔਰ ਕਹਿਣਾ ਹੀ ਹੈ ਕਿ ਜੇ ਅਗਰ ਇਸੇ ਤਰ੍ਹਾਂ ਹੀ ਰੇਪ ਹੁੰਦੇ ਰਹੇ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਚੂੜੀਆਂ ਛੱਡ ਕੇ ਬਹੁਤ ਕੁਝ ਜਿਹੜਾ ਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਜਾਏਗਾ ਤਾਂ ਜੋ ਕਿ ਉਹ ਵਧੀਆ ਫੈਸਲੇ ਕਰ ਸਕਣ। ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ, ਰੋਜ਼ਾਨਾ ਲੋਕਨਾਥ TV, ਅੰਮ੍ਰਿਤਸਰ।